ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ 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 ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਮਾਤਾ ਗੁਜਰ ਕੌਰ ਜੀ ਧੰਨ 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 ਮਾਤਾ ਗੁਜਰ ਕੌਰ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਤੀਸਰੀ ਰਾਤਰੀ ਤੀਸਰੇ ਦੀਵਾਨਾਂ ਦੀਆਂ ਹਾਜ਼ਰੀਆਂ ਕਰਦੇ ਸਤਸੰਗੀ ਜਨੋ ਪਿਛਲੇ ਦੀਵਾਨਾਂ ਦੇ ਵਿੱਚ ਆਨੰਦਪੁਰ ਦਾ ਕਿਲਾ ਛੱਡਿਆ ਕਿਵੇਂ ਸਰਸਾ ਨਦੀ ਤੇ ਵਿਛੋੜਾ ਪਿਆ ਤੇ ਕੱਲ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਵਿਛੋੜਾ ਸਰਸਾ ਨਦੀ ਤੇ ਪਿਆ ਹੈ ਤੇ ਤਿੰਨ ਹਿੱਸਿਆਂ ਦੇ ਵਿੱਚ ਪਾਤਸ਼ਾਹ ਜੀ ਦਾ ਪਰਿਵਾਰ ਵੰਡਿਆ ਗਿਆ ਹੈ। ਵਿਛੋੜਾ ਪੈ ਗਿਆ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਦਾ। ਧੰਨ ਕਲਗੀਧਰ ਪਿਤਾ ਸਿੰਘਾਂ ਦੇ ਨਾਲ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਕੱਲ ਦੀ ਰਾਤ ਸੰਧਿਆ ਵੇਲੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਤੇ ਅੱਜ ਦਿਨ ਦੇ ਵਿੱਚ ਦੁਪਹਿਰ ਦੇ ਵਿੱਚ ਰਣ ਤੱਤੇ ਦੇ ਅੰਦਰ ਕਿਹੜੇ ਕਿਹੜੇ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਖਤੇ ਜ਼ਿਗਰ ਕਿਸ ਦਾ ਸ਼ਹਾਦਤ ਦਾ ਜਾਮ ਪੀਂਦੇ ਨੇ, ਇਸ ਨੂੰ ਆਪਾਂ ਵਾਚਨ ਦਾ ਯਤਨ ਕਰਨਾ ਹੈ। ਆਓ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਸਾਰੀ ਸੰਗਤ ਫਤਿਹ ਦੀ ਸਾਂਝ ਪਾਓ, ਅਸੀਸ ਬਖਸ਼ਿਸ਼ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਕਲਗੀਧਰ ਪਿਤਾ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸੰਧਿਆ ਵੇਲੇ ਪਹੁੰਚਦੇ ਨੇ, ਜਿਨ੍ਹਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਪੰਜ ਮੁਕਤੇ ਨਾਲ ਹਨ, ਤਿੰਨ ਪਿਆਰੇ ਨਾਲ ਹਨ, ਕੁਝ ਸਿੰਘ ਨਾਲ ਹਨ। ਤੇ ਜਦੋਂ ਸਰਸਾ ਨਦੀ ਤੇ ਜੰਗ ਕਰਦੇ ਕਰਦੇ ਸਰਸਾ ਨਦੀ ਨੂੰ ਪਾਰ ਕਰਕੇ ਸੰਧਿਆ ਵੇਲੇ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਨੇ, ਕਿਰਪਾਨਾਂ ਵੀ ਖੁੰਡੀਆਂ ਹੋ ਚੁੱਕੀਆਂ ਨੇ, ਸ਼ਸਤਰ ਵੀ ਹੱਥਾਂ ਦੇ ਵਿੱਚ ਵੀ ਖੂਨ ਸੁੰਨਣ ਲੱਗ ਪਿਆ, ਹੱਥਾਂ ਦੇ ਨਾਲ ਵਾਹੀਆਂ ਹੋਈਆਂ ਕਿਰਪਾਨਾਂ ਸਿੰਘਾਂ ਦੇ ਹੱਥ ਸੁੱਜ ਗਏ ਨੇ। ਜਾ ਕਰਕੇ ਸੰਧਿਆ ਵੇਲੇ ਤਾਂ ਵੀ ਕਲਗੀਧਰ ਪਿਤਾ ਨੇ ਇਤਿਹਾਸ ਲਿਖਦਾ ਜੀ ਸੰਧਿਆ ਵੇਲਾ ਸੰਭਾਲਿਆ, ਰਹਿਰਾ ਰਸ ਦੀ ਪਾਵਨ ਬਾਣੀ ਦਾ ਜਾਪ ਹੋਇਆ, ਜੋ ਉਹਨੂੰ ਭੋਜਨ ਪਾਣੀ ਥੋੜਾ ਬਹੁਤ। ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਉਸ ਦਿਨ ਤੋਂ ਲੈ ਕਰਕੇ ਇਤਿਹਾਸ ਲਿਖਦਾ ਜੀ ਚਮਕੌਰ ਦੀ ਗੜੀ ਦੇ ਵਿੱਚ ਕੁਛ ਭੋਜਨ ਪਾਣੀ ਛਕਿਆ ਹੈ
ਤੇ ਜਦੋਂ ਸੰਧਿਆ ਵੇਲਾ ਹੋਇਆ, ਸਿੱਖਾਂ ਨੇ ਕਿਹਾ ਹੈ ਪਾਤਸ਼ਾਹ ਜੀ ਨੂੰ, ਵੇਖਿਆ ਹੈ ਕਿਤੇ ਮਖਮਲ ਸੇਜਾਂ ਦੇ ਉੱਤੇ ਕਲਗੀਧਰ ਪਿਤਾ ਉਹਨਾਂ ਦੇ ਫਰਜ਼ੰਦ ਬੈਠਿਆ ਕਰਦੇ ਸਨ। ਸਿੱਖਾਂ ਨੇ ਕੀ ਕੀਤਾ ਜੀ, ਆਪਣੇ ਜੋ ਦਸਤਾਰੇ ਹਨ ਉਹਨਾਂ ਨੂੰ ਇਕੱਤਰ ਕਰਕੇ ਪਾਤਸ਼ਾਹ ਜੀ ਦਾ ਇੱਕ ਆਸਣ ਲਾਇਆ ਤੇ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰਕੇ ਤੁਸੀਂ ਆਸਣ ਤੇ ਵਿਰਾਜਮਾਨ ਹੋ ਕੇ ਕੁਝ ਸਮਾਂ ਆਰਾਮ ਕਰ ਲਓ। ਸਿੱਖਾਂ ਨੇ ਕੀ ਕੀਤਾ ਜੀ, ਕੱਪੜਿਆਂ ਨੂੰ ਇਕੱਠੇ ਕਰਕੇ ਧੰਨ ਗੁਰੂ ਕਲਗੀਧਰ ਪਿਤਾ ਦਾ ਆਸਣ ਲਾਇਆ, ਸਾਹਿਬਜ਼ਾਦਿਆਂ ਦਾ ਆਸਣ ਲਾਇਆ ਤੇ ਆਪ ਘੋੜਿਆਂ ਦੀਆਂ ਜਿਹੜੀਆਂ ਨੇ ਉਹਨਾਂ ਦੇ ਪਿੱਠ ਤੋਂ ਕਾਠੀਆਂ ਖੋਲ ਕਰਕੇ ਆਪ ਵੀ ਕਈ ਜਿਹੜੇ ਨੇ ਪਰਨਿਆਂ ਦੇ ਉੱਤੇ ਥੱਕੇ ਹੋਏ ਸਿੱਖ ਨੇ ਸਰਸਾ ਨਦੀ ਤੇ ਜੰਗ ਲੜ ਕੇ ਚਮਕੌਰ ਦੀ ਗਲੀ ਦੇ ਵਿੱਚ ਜਦੋਂ ਆਰਾਮ ਕਰਦੇ ਨੇ, ਭਾਈ ਮਦਨ ਤੇ ਭਾਈ ਕੋਠਾ ਜੀ ਦੋ ਸਿੱਖਾਂ ਨੇ ਕਲਗੀਧਰ ਪਿਤਾ ਦੇ ਅੱਗੇ ਅਰਦਾਸ ਕੀਤੀ ਹੈ, ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਕਿਰਪਾ ਕਰੋ। ਦੋਨੋਂ ਸਕੇ ਭਰਾ ਨੇ ਜੀ, ਭਾਈ ਮਦਨ ਤੇ ਭਾਈ ਕੋਠਾ ਜੀ। ਦੋਨੋਂ ਭਰਾਵਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਕਲਗੀਧਰ ਪਿਤਾ ਇੱਕ ਬੇਨਤੀ ਹੈ, ਇੱਕ ਸੇਵਾ ਦੀ ਦਾਤ ਸਾਡੀ ਝੋਲੀ ਦੇ ਅੰਦਰ ਪਾ ਦੇ। ਪਾਤਸ਼ਾਹ ਜੀ ਨੇ ਕਿਹਾ ਕੀ, ਤੇ ਦੋਨੋਂ ਸਿੱਖ ਦੋਨੋਂ ਭਰਾ ਬੜੇ ਹੀ ਹਲੀਮੇ ਦੇ ਨਾਲ ਬੋਲੇ ਨੇ, ਕਹਿਣ ਲੱਗੇ ਪਾਤਸ਼ਾਹ ਅਸੀਂ ਚਾਹੁੰਦੇ ਹਾਂ ਸਾਰੇ ਸਿੱਖ ਆਰਾਮ ਕਰਨ। ਪਾਤਸ਼ਾਹ ਜੀ ਤੁਸੀਂ ਵਿਰਾਜਮਾਨ ਹੋ, ਆਸਣ ਤੇ ਆਰਾਮ ਕਰੋ। ਆਪ ਜੀਆਂ ਦੇ ਲਖਤੇ ਜ਼ਿਕਰ ਕੁਛ ਆਰਾਮ ਕਰਨ ਤੇ ਬੇਨਤੀ ਪ੍ਰਵਾਨ ਕਰੋ, ਚਮਕੌਰ ਦੀ ਗੜੀ ਦੀ ਪਹਿਰੇਦਾਰੀ ਦੀ ਰਾਤਰੀ ਦੀ ਸੇਵਾ ਸਾਨੂੰ ਦੋਨਾਂ ਭਰਾਵਾਂ ਨੂੰ ਦਿੱਤੀ ਜਾਵੇ। ਅਸੀਂ ਸਾਰੀ ਰਾਤ ਜਾ ਕਰਕੇ ਪਹਿਰੇਦਾਰੀ ਦੀ ਸੇਵਾ ਕਰਨੀ ਚਾਹੁੰਦੇ ਹਾਂ। ਭਾਈ ਮਦਨ ਜੀ, ਭਾਈ ਕੋਠਾ ਜੀ, ਇਹਨਾਂ ਨੇ ਰਾਤ ਨੂੰ ਚਮਕੌਰ ਦੀ ਗੜੀ ਦੀ ਸੇਵਾ ਨਿਭਾਈ ਹੈ ਜੀ। ਸਾਰੇ ਸਿੱਖ ਆਰਾਮ ਕਰ ਰਹੇ ਨੇ। ਕਲਗੀਧਰ ਪਿਤਾ ਵੀ ਆਸਣ ਤੇ ਵਿਰਾਜਮਾਨ ਹੋ ਗਏ ਨੇ। ਜਦੋਂ 1:30 ਘੜੀ ਰਾਤ ਬੀਤੀ ਹੈ ਜੀ, 1 ਵਜੇ ਤੋਂ ਬਾਅਦ ਦਾ ਸਮਾਂ ਹੋਇਆ। ਇਤਿਹਾਸ ਲਿਖਦਾ ਜੀ, ਕਲਗੀਧਰ ਪਿਤਾ ਉੱਠ ਕਰਕੇ ਆਸਣ ਤੋਂ ਜਦੋਂ ਚਮਕੌਰ ਦੀ ਗਲੀ ਦੇ ਬਾਹਰ ਆਏ ਨੇ ਤੇ ਵੇਖ ਰਹੇ ਨੇ ਤਾਰਿਆਂ ਨੂੰ ਟਿਮਟਮਾਉਂਦਿਆਂ ਨੂੰ, ਵੇਖ ਰਹੇ ਨੇ ਆਪਣੇ ਸਿੱਖਾਂ ਨੂੰ ਜਿਹੜੇ ਆਰਾਮ ਕਰ ਰਹੇ ਨੇ। ਤੇ ਭਾਈ ਮਦਨ ਜੀ, ਭਾਈ ਚੋਪਾ ਜੀ ਔਰ ਕੋਠਾ ਜੀ, ਉਹਨਾਂ ਨੇ ਆ ਕੇ ਸਵਾਲ ਕੀਤਾ, ਪਾਤਸ਼ਾਹ ਜੀ ਕੀ ਗੱਲ ਹੈ, ਗੜੀ ਤੋਂ ਬਾਹਰ ਆ ਗਏ ਹੋ, ਬਾਹਰ ਆ ਕੇ ਵੇਖ ਰਹੇ ਹੋ, ਕੀ ਗੱਲ ਹੈ? ਕਲਗੀਧਰ ਪਿਤਾ ਪਹਿਲਾਂ ਸਿਮਰਨ ਦੇ ਵਿੱਚ ਬੈਠੇ ਨੇ ਜੀ। 1:15 ਵਜੇ ਤੋਂ ਬਾਅਦ 1:30 ਘੜੀ ਰਾਤ ਬੀਤਣ ਤੋਂ ਬਾਅਦ ਕਲਗੀਧਰ ਪਿਤਾ ਗੜੀ ਤੋਂ ਬਾਹਰ ਆ ਕੇ ਸਿੱਖਾਂ ਨੂੰ ਵੇਖਦੇ ਨੇ ਉਹ ਸਿੱਖਾਂ ਨੂੰ ਤੇ ਆ ਕਰਕੇ ਤਾਰਿਆਂ ਦੀ ਲੋਅ ਦੇ ਵਿੱਚ ਅਰਦਾਸ ਕਰਦੇ ਨੇ ਪਰਮਾਤਮਾ ਨੂੰ। ਕਹਿਣ ਲੱਗੇ, ਹੇ ਪਰਮੇਸ਼ਰ, ਅੱਜ ਸਿੱਖ ਜਿਹੜੇ ਆਰਾਮ ਕਰ ਰਹੇ ਨੇ, ਜਿਹੜੇ ਸਾਹਿਬਜ਼ਾਦੇ ਆਰਾਮ ਕਰ ਰਹੇ ਨੇ, ਕੱਲ ਨੂੰ ਇਹਨਾਂ ਨੇ ਰਣ ਤੱਤੇ ਦੇ ਵਿੱਚ ਜੂਝ ਕਰਕੇ ਸ਼ਹੀਦੀਆਂ ਦਾ ਜਾਮ ਪੀ ਲੈਣਾ। ਪਾਤਸ਼ਾਹ ਅੱਜ ਦੀ ਰਾਤ ਤੇਰੇ ਭਾਣੇ ਦੇ ਅੰਦਰ ਬੜੇ ਸੁੱਖਾਂ ਦੀ ਬਤੀਤ ਹੋ ਰਹੀ ਹੈ। ਕਿਰਪਾ ਕਰੀ ਕੱਲ ਦਾ ਜਿਹੜਾ ਦਿਨ ਆਉਣਾ ਮੈਨੂੰ ਭਾਣਾ ਮੰਨਣ ਦਾ ਉਦਮ ਬਖਸ਼ੀ। ਇਹ ਕਲਗੀਧਰ ਪਿਤਾ ਨੇ ਅਰਦਾਸ ਕੀਤੀ ਰੱਬ ਜੀ ਅੱਗੇ ਕਿ ਵੇਖੀ ਕਿਤੇ ਮੈਂ ਡੋਲ ਨਾ ਜਾਵਾਂ, ਮੇਰੇ ਸਿੱਖ ਕਿਤੇ ਡੋਲ ਨਾ ਜਾਣ। ਅਰਦਾਸ ਕੀਤੀ ਜਿਹੜੀ ਅੱਜ ਦੀ ਰਾਤ ਜਿਸ ਤਰ੍ਹਾਂ ਬੀਤ ਰਹੀ ਹੈ, ਅੱਜ ਦੀ ਰਾਤ ਤੇਰੇ ਭਾਣੇ ਦੇ ਅੰਦਰ ਸਿਮਰਨ ਕਰ ਰਹੇ ਹਾਂ, ਗੁਰਬਾਣੀ ਪੜ੍ਹੀ ਹੈ। ਇਸੇ ਤਰ੍ਹਾਂ ਜਦੋਂ ਕੱਲ ਦੀ ਰਾਤ, ਕੱਲ ਦਾ ਦਿਨ ਆਵੇ, ਇਹ ਨਾ ਹੋਵੇ ਕਿ ਜੰਗ ਦੇ ਵਿੱਚ ਮੈਂ ਤੇਰਾ ਨਾਮ ਭੁੱਲ ਜਾਵਾਂ, ਉਦੋਂ ਵੀ ਪਰਮਾਤਮਾ ਤੇਰੇ ਨਾਮ ਦਾ ਕਣਕਾ ਮੇਰੀ ਝੋਲੀ ਦੇ ਅੰਦਰ ਪਾਈ। ਇਹ ਅਰਦਾਸ ਕਲਗੀਧਰ ਪਿਤਾ ਨੇ ਰਾਤ ਨੂੰ ਕੀਤੀ ਹੈ। 1:30 ਘੜੀ ਰਾਤ ਬੀਤਣ ਤੋਂ ਬਾਅਦ ਅਰਦਾਸ ਕੀਤੀ ਹੈ ਤੇ ਸਿੱਖਾਂ ਨੂੰ ਤੱਕਦੇ ਨੇ, ਬੜੇ ਪਿਆਰ ਦੇ ਨਾਲ ਤੱਕਦੇ ਨੇ ਕਿ ਦੋ ਸਾਹਿਬਜ਼ਾਦੇ, ਮੈਂ ਬੇਨਤੀ ਕੀਤੀ ਸੀ ਕਿ ਸਾਹਿਬਜ਼ਾਦੇ ਜਿਹੜੇ ਨੇ ਉਹ ਬਿੰਦੀ ਪੁੱਤਰ ਨੇ ਤੇ ਜਿਹੜਾ ਖਾਲਸਾ ਪੰਥ ਹੈ ਉਹ ਨਾਦੀ ਪੁੱਤਰ ਹੈ ਜੀ, ਕਲਗੀਧਰ ਪਿਤਾ ਦਾ। ਪਾਤਸ਼ਾਹ ਜੀ ਨੇ ਤੱਕਿਆ ਹੈ ਕਿ ਅੱਜ ਸਿੰਘ ਜਿਹੜੇ ਆਰਾਮ ਕਰ ਰਹੇ ਨੇ, ਕੱਲ ਨੂੰ ਇਹਨਾਂ ਦੇ ਰਣ ਤੱਤੇ ਦੇ ਉੱਤੇ ਜੂਝ ਕੇ ਖਤਮ ਹੋ ਜਾਣਾ।
ਤੇ ਬੜਾ ਮਾਣ ਕਰਦੇ ਨੇ ਆਪਣੇ ਪੁੱਤਰਾਂ ਤੇ ਆਪਣੇ ਸਿੱਖਾਂ ਦੇ। ਭਲਾ ਕੌਣ ਆਉਂਦਾ ਕਿਸੇ ਦੇ ਪਿੱਛੇ ਜਾਨਾਂ ਗਵਾਉਣ ਵਾਸਤੇ? ਇਹ ਰੱਬ ਦੀ ਕਿਰਪਾ ਹੈ। ਕਲਗੀਧਰ ਪਿਤਾ ਨੇ ਉਦੋਂ ਉਹਨਾਂ ਨੂੰ ਪੁੱਤਰਾਂ ਦਾ ਦਰਜਾ ਦਿੱਤਾ ਜੀ। ਹੁਣ ਕੱਲ ਸਵੇਰ ਦਾ ਜਿਹਨੂੰ ਦੁਪਹਿਰ ਦਾ ਵਕਤ ਹੋਇਆ, ਜਿਹੜਾ ਅੱਜ ਦਾ ਦਿਨ ਦੁਪਹਿਰ ਦਾ ਬੀਤਿਆ, ਅੱਜ ਦਾ ਵਕਤ ਹੋਇਆ ਤੇ ਪਾਤਸ਼ਾਹ ਜੀ ਜਦੋਂ ਸਿੰਘਾਂ ਨੇ ਉੱਠ ਕਰਕੇ ਅੰਮ੍ਰਿਤ ਵੇਲਾ ਸੰਭਾਲਿਆ, ਕਲਗੀਧਰ ਪਿਤਾ ਨੇ ਅੰਮ੍ਰਿਤ ਵੇਲਾ ਸੰਭਾਲਿਆ ਤੇ ਸਭ ਤੋਂ ਪਹਿਲਾਂ ਨਾਰ ਖਾਂ ਜੀ, ਤਿੰਨ ਭਰਾ ਨੇ। ਨਾਰ ਖਾਂ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ। ਉਹਨੇ ਵੇਖਿਆ ਕਿ ਕਿਉਂ ਨਾ ਮੈਂ ਗੜੀ ਦੇ ਅੰਦਰ ਜਾ ਕਰਕੇ ਉਧਰ ਦੀ ਕੁੰਡੀ ਖੋਲ ਕਰਕੇ ਤੇ ਮੈਂ ਫੌਜਾਂ ਨੂੰ ਅੰਦਰ ਲੈ ਆਵਾਂ ਤੇ ਮੈਂ ਜਾ ਕੇ ਵਾਰ ਕਰ ਦੇਵਾਂ ਕਲਗੀਧਰ ਪਿਤਾ ਦਾ ਜੋ ਔਰੰਗਜ਼ੇਬ ਨੇ ਇਨਾਮ ਰੱਖਿਆ ਹੈ, ਜੋ ਮੈਂ ਉਹਦੇ ਅੱਗੇ ਆਪਣੀ ਜਿਹੜੀ ਹੈ ਇੱਜ਼ਤ ਵਧਾ ਲਵਾਂ। ਨਾਰ ਖਾਂ ਨੇ ਇਤਿਹਾਸ ਲਿਖਦਾ ਦੀ ਗੜੀ ਦੇ ਉੱਤੇ ਕਈਆਂ ਨੇ ਸੀੜੀ ਪੌੜੀ ਸ਼ਬਦ ਵਰਤਿਆ, ਕਈਆਂ ਨੇ ਕਿਸੇ ਤਰੀਕੇ ਦੇ ਨਾਲ ਉਹ ਕੰਧ ਪਾਰ ਕਰਕੇ ਜਦੋਂ ਨਾਰ ਖਾਂ ਕਲਗੀਧਰ ਪਿਤਾ ਤੇ ਵਾਰ ਕਰਨ ਵਾਸਤੇ ਆ ਰਿਹਾ, ਕਲਗੀਧਰ ਪਿਤਾ ਨੇ ਇੱਕ ਤੀਰ ਦਾ ਵਾਰ ਕੀਤਾ ਤੇ ਉਹ ਨਾਰ ਖਾਂ ਦੇ ਤੀਰ ਜਿਹੜਾ ਹੈ ਵਿੰਨ ਕੇ ਨਿਕਲ ਗਿਆ। ਉਹਦਾ ਭਰਾ ਜਿਹੜਾ ਹੈ ਨਾਲ ਆਇਆ, ਉਹਦੇ ਭਰਾ ਨੇ ਨਾਲ ਉਹਦੀ ਲਾਸ਼ ਨਾ ਚੁੱਕੀ, ਕੰਧ ਦੇ ਓਲੇ ਹੋ ਗਿਆ। ਕਲਗੀਧਰ ਪਿਤਾ ਨੇ ਜ਼ਫਰਨਾਮੇ ਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ। ਉਹਦਾ ਭਰਾ ਜਿਹੜਾ ਹੈ ਕੰਧ ਦੇ ਓਲੇ ਹੋ ਗਿਆ। ਨਾਰ ਖਾਂ ਤੀਰ ਦੇ ਨਾਲ ਖਤਮ ਹੋ ਗਿਆ, ਉਹਨੇ ਭਰਾ ਨੂੰ ਨਹੀਂ ਚੁੱਕਿਆ। ਕਲਗੀਧਰ ਪਿਤਾ ਨੇ ਜ਼ਫਰਨਾਮੇ ਦੇ ਅੰਦਰ ਜ਼ਿਕਰ ਕੀਤਾ, ਔਰੰਗਜ਼ੇਬ ਤੇਰੇ ਭੇਜੇ ਹੋਏ 3 ਭਰਾ, ਤੂੰ ਇਹਨਾਂ ਨੂੰ ਬੁਜ਼ਦਿਲਾਂ ਨੂੰ ਕਿੱਥੇ ਭੇਜਦਾ? ਮੈਂ ਕਿਤੇ ਤੇ ਅਟੈਕ ਨਹੀਂ ਕਰਨਾ ਚਾਹੁੰਦਾ, ਵਾਰ ਨਹੀਂ ਕਰਨਾ ਚਾਹੁੰਦਾ, ਲੇਕਿਨ ਜਦੋਂ ਗੁਰੂ ਦੇ ਖਾਲਸੇ ਤੇ ਕੋਈ ਸਿਰ ਉਤੋਂ ਪਾਣੀ ਲੰਘ ਜਾਵੇ ਤੇ ਉਦੋਂ ਜਿਹੜਾ ਹੈ ਉਹਦਾ ਸਾਧਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕਲਗੀਧਰ ਪਿਤਾ ਨੇ ਜਦੋਂ ਵੇਖਿਆ ਕੰਧ ਦੇ ਓਲੇ, ਗੜੀ ਦੇ ਓਲੇ ਉਹ ਲੁਕਿਆ ਹੋਇਆ ਸੀ, ਉੱਤੇ ਵਾਰ ਕੀਤਾ ਤੇ ਇੱਕ ਤੀਰ ਦੇ ਨਾਲ ਉਹ ਵੀ ਖਤਮ ਹੋ ਗਿਆ। ਹੁਣ ਜਦੋਂ ਰਣ ਤੱਤਾ ਪੱਕ ਗਿਆ, ਜਦੋਂ 2 ਭਰਾਵਾਂ ਦੀ ਮੌਤ ਹੋ ਗਈ ਹੈ ਜੀ, ਤੇ ਫੌਜ ਹੋਰ ਆ ਗਈ, ਦਿੱਲੀ ਤੋਂ ਫੌਜ ਆ ਗਈ। ਕਾਲੀ ਵਰਦੀਆਂ ਵਾਲੇ ਨੇ ਚਮਕੌਰ ਦੀ ਗੜੀ ਨੂੰ ਘੇਰ ਰੱਖਿਆ। 10 ਲੱਖ ਫੌਜ ਦਾ ਘੇਰਾ ਪੈ ਗਿਆ ਜੀ, 10 ਲੱਖ ਫੌਜ ਦਾ ਘੇਰਾ ਪੈ ਗਿਆ। ਭਾਈ ਦਇਆ ਸਿੰਘ ਆਏ ਨੇ, ਭਾਈ ਦਇਆ ਸਿੰਘ ਕਲਗੀਧਰ ਪਿਤਾ ਦੇ ਕੋਲ ਆਏ ਨੇ ਤੇ ਕਹਿਣ ਲੱਗੇ ਪਾਤਸ਼ਾਹ ਜੀ ਇੱਕ ਬੇਨਤੀ ਹੈ ਕਿ ਰਣ ਭਖ ਗਿਆ ਹੈ, ਫੌਜਾਂ ਚੜ ਕੇ ਆ ਰਹੀਆਂ ਹੈ, ਸਾਡੀ ਬੇਨਤੀ ਹੈ ਕਿ ਆਪਣੇ ਪੁੱਤਰਾਂ ਨੂੰ ਲੈ ਕਰਕੇ ਗੜੀ ਦੇ ਵਿੱਚੋਂ ਨਿਕਲ ਜਾਓ। ਕਲਗੀਧਰ ਪਿਤਾ ਨੇ ਕਹਿਣ ਲੱਗੇ, ਉਹਨਾਂ ਨੇ ਗੱਲ ਨੂੰ ਨਾ ਗੋਲਦਿਆਂ ਹੋਇਆ ਕਹਿਣ ਲੱਗੇ ਵੇਖੋ ਇੱਲਾਂ ਵੇਖੋ ਕਿੰਨੀਆਂ ਆ ਰਹੀਆਂ, ਇਤਿਹਾਸ ਲਿਖਦਾ ਜੀ। ਭਾਈ ਦਇਆ ਸਿੰਘ ਕਹਿਣ ਲੱਗੇ ਪਾਤਸ਼ਾਹ ਜੀ ਮੈਂ ਕੁਝ ਅਰਜ਼ ਕੀਤੀ ਹੈ, ਮੈਂ ਕੁਝ ਬੇਨਤੀ ਕੀਤੀ ਹੈ। ਕਲਗੀਧਰ ਪਿਤਾ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਕੀ ਤੁਸੀਂ ਸਾਡੇ ਪੁੱਤਰ ਨਹੀਂ ਹੋ? ਆ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਆਏ ਨੇ, ਜਿਹੜੇ ਆਨੰਦਪੁਰ ਦੀ ਗਲੀ ਨੂੰ ਛੱਡ ਕਰਕੇ ਨਾਲ ਆਏ ਨੇ, ਕਿ ਸਾਡੇ ਪੁੱਤਰ ਨਹੀਂ? ਕਲਗੀਧਰ ਪਿਤਾ ਨੇ ਜੀ ਪੁੱਤਰਾਂ ਦਾ ਦਰਜਾ ਦਿੱਤਾ। ਉੱਥੇ ਸਾਰੇ ਸਿੱਖਾਂ ਨੂੰ ਨਾਤੀ ਪੁੱਤਰ ਦਾ ਦਰਜਾ ਦਿੱਤਾ। ਇੱਕ ਹੁੰਦਾ ਹੈ ਬੰਦੀ ਪੁੱਤਰ, ਇੱਕ ਹੁੰਦਾ ਹੈ ਨਾਤੀ ਪੁੱਤਰ। ਅਰਦਾਸ ਦੇ ਵਿੱਚੋਂ ਅਸੀਂ ਜਦੋਂ ਲਫ਼ਜ਼ ਵਰਤਦੇ ਨਾ ਸਾਹਿਬਜ਼ਾਦੇ ਦਾ ਭਾਵੇਂ ਸਾਹਿਬ ਦੇ ਜਾਏ, ਤੇ ਬੇਨਤੀ ਕਰਾਂ ਅਰਦਾਸ ਦੇ ਵਿੱਚ 5 ਪਿਆਰਿਆਂ ਤੋਂ ਬਾਅਦ ਕੇਵਲ 4 ਸਾਹਿਬਜ਼ਾਦਿਆਂ ਦਾ ਜ਼ਿਕਰ ਆਉਂਦਾ। ਕਿਉਂਕਿ ਗੁਰਬਾਣੀ ਦੇ ਅਨੁਸਾਰ ਖੂਨ ਦੇ ਰਿਸ਼ਤਿਆਂ ਨੂੰ ਰਿਸ਼ਤਾ ਨਹੀਂ ਮੰਨਿਆ, ਉਹਨਾਂ ਦੇ ਕਰਮਾਂ ਨੂੰ ਕਾਰਨਾਮੇ ਨੂੰ ਰਿਸ਼ਤਾ ਮੰਨਿਆ ਜੀ, ਸਾਕਿਆਂ ਨੂੰ ਰਿਸ਼ਤਾ ਮੰਨਿਆ। ਕਿਉਂਕਿ 4 ਸਾਹਿਬਜ਼ਾਦੇ ਅਰਦਾਸ ਦੇ ਵਿੱਚ ਜ਼ਿਕਰ ਆ ਰਿਹਾ, 4 ਸਾਹਿਬਜ਼ਾਦਿਆਂ ਦਾ, ਕਿਉਂਕਿ ਇਹਨਾਂ ਸਾਕੇ ਇੰਨੇ ਵੱਡੇ ਕਰ ਦਿੱਤੇ ਆ, ਕਿਉਂਕਿ ਇਹ ਬਿੰਦੀ ਪੁੱਤਰ ਨੇ ਗੁਰੂ ਦੇ। ਤੇ ਜੇਕਰ ਆਪਾਂ ਦੂਸਰਾ ਧਿਆਨ ਮਾਰੀਏ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ 2 ਪੁੱਤਰ ਨੇ, ਉਹਨਾਂ ਦਾ ਅਰਦਾਸ ਦੇ ਵਿੱਚ ਕਿਤੇ ਜ਼ਿਕਰ ਨਹੀਂ, ਉਹ ਵੀ ਸਾਹਿਬਜ਼ਾਦੇ ਨੇ ਗੁਰੂ ਦੇ। ਅਰਜਨ ਦੇਵ ਮਹਾਰਾਜ ਦੇ ਪੁੱਤਰ ਨੇ ਭਾਈ ਗੁਰਮਿੱਤਾ ਜੀ ਨੇ, ਕਿਤੇ ਉਹਨਾਂ ਪੁੱਤਰਾਂ ਦਾ ਜ਼ਿਕਰ ਨਹੀਂ। ਹੋਰ ਗੁਰੂਆਂ ਦੇ ਪੁੱਤਰ ਨੇ, ਕਿਤੇ ਪੁੱਤਰਾਂ ਦਾ ਜ਼ਿਕਰ ਨਹੀਂ ਆਇਆ ਅਰਦਾਸ ਦੇ ਵਿੱਚ। ਕਿਉਂਕਿ ਗੁਰਬਾਣੀ ਦੇ ਵਿੱਚ, ਗੁਰਮਤਿ ਦੇ ਵਿੱਚ ਖੂਨ ਦੇ ਰਿਸ਼ਤੇ ਨੂੰ
ਵਡਿਆਈ ਨਹੀਂ ਦਿੱਤੀ, ਉਹਨਾਂ ਦੇ ਜਿਹੜੇ ਸਾਕੇ ਨੂੰ ਵਡਿਆਈ ਦਿੱਤੀ, ਉਹਨਾਂ ਦੇ ਕਾਰਨਾਮੇ ਨੂੰ ਵਡਿਆਈ ਦਿੱਤੀ ਜੀ। ਹੁਣ ਪੰਜ ਪਿਆਰੇ ਸਾਹਿਬਾਨ ਜਦੋਂ ਨਾਮ ਆਉਂਦਾ ਪੰਜਾਂ ਪਿਆਰਿਆਂ ਦਾ, ਅਰਦਾਸ ਦੇ ਵਿੱਚ ਪੰਜ ਪਿਆਰੇ ਗੁਰੂ ਦੇ ਬਿੰਦੀ ਪੁੱਤਰ ਨਹੀਂ ਆ, ਲੇਕਿਨ ਪੰਜਾਂ ਪਿਆਰਿਆਂ ਦਾ ਅਰਦਾਸ ਦੇ ਵਿੱਚ ਪੰਥ ਨੇ ਨਾਮ ਲਿਆ ਹੈ। ਉਸ ਤੋਂ ਬਾਅਦ ਚਾਰ ਸਾਹਿਬਜ਼ਾਦੇ ਦੇ ਨਾਮ ਲਿਆ ਕਿ ਚਾਰ ਸਾਹਿਬਜ਼ਾਦੇ ਰਣ ਦਿੱਤੇ ਅੰਦਰ ਉਹਨਾਂ ਨੇ ਸਾਕੇ ਇੰਨੇ ਵੱਡੇ ਕਰ ਦਿੱਤੇ ਕਿ ਪੰਥ ਨੂੰ ਉਹਨਾਂ ਨੂੰ ਯਾਦ ਕਰਨਾ ਪਵੇਗਾ। ਹਰ ਸਿੱਖ 2 ਟਾਈਮ ਦਿਹਾੜੀ ਦੇ ਵਿੱਚ ਉਹਨਾਂ ਨੂੰ ਯਾਦ ਕਰਦਾ ਹੈ। ਤੇ ਇਹ ਜਿਹੜੇ ਨਾਂਦੀ ਪੁੱਤਰ ਨੇ, ਨਾਂਦੀ ਪੁੱਤਰ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਭਾਈ ਦਇਆ ਸਿੰਘ ਨੂੰ ਕਿਹਾ ਕਿ ਇਹ ਸਾਰੇ ਮੇਰੇ ਪੁੱਤਰ ਨੇ, ਜਦੋਂ ਕਲਗੀਧਰ ਪਿਤਾ ਉਹਨਾਂ ਦੇ ਪਿਤਾ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ ਦਿੱਲੀ ਤੋਂ ਭਾਈ ਜੈਤਾ ਜੀ ਜਾਂਦੇ ਨੇ, ਉਦੋਂ ਵੀ ਗੁਰੂ ਨੇ ਉਹਨਾਂ ਨੂੰ ਪੁੱਤਰ ਦਾ ਦਰਜਾ ਦਿੱਤਾ। ਕਹਿ ਲਗੇ ਰੰਗ ਰੇਟੇ ਗੁਰੂ ਕੇ ਬੇਟੇ ਸਦਾ ਪੰਥ ਸੰਗ ਸਮੇਟੇ। ਭਾਈ ਜੈਤਾ ਜੀ ਨੂੰ ਉਦੋਂ ਪਾਤਸ਼ਾਹ ਜੀ ਨੇ ਜਿਹੜਾ ਹੈ ਪੁੱਤਰ ਦਾ ਦਰਜਾ ਦਿੱਤਾ ਜੀ। ਭਾਈ ਕਨਈਆ ਜੀ ਨੂੰ ਪੁੱਤਰ ਦਾ ਦਰਜਾ ਦਿੱਤਾ ਜੀ। ਪਾਤਸ਼ਾਹ ਜੀ ਨੇ ਉਦੋਂ ਕਿਹਾ ਭਾਈ ਦਇਆ ਸਿੰਘ ਨੂੰ, ਕਹਿਣ ਲੱਗੇ ਭਾਈ ਦਇਆ ਸਿੰਘ ਇਹ ਜਿੰਨੇ ਸਿੰਘ ਨੇ ਇਹ ਵੀ ਮੇਰੇ ਪੁੱਤਰ ਨੇ। ਕੱਲ ਨੂੰ ਇਹ ਨਾ ਹੋਵੇ ਕਿ ਦੁਨੀਆ ਮੈਨੂੰ ਕਵੇ ਪਾਤਸ਼ਾਹ ਜੀ ਨੇ ਕਲਗੀਧਰ ਪਿਤਾ ਨੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤਰ ਹੋਰ ਸਮਝੇ ਤੇ ਸਿੱਖ ਹੋਰ ਸਮਝੇ। ਕਿਉਂਕਿ ਗੁਰਮਤਿ ਦੇ ਵਿੱਚ ਖੂਨ ਦੇ ਰਿਸ਼ਤੇ ਨੂੰ ਕੋਈ ਵਡਿਆਈ ਨਹੀਂ। ਜਦੋਂ ਪ੍ਰਹਲਾਦ ਤੇ ਹਰਨਾਕਸ਼ ਦਾ ਇਤਿਹਾਸ ਅਸੀਂ ਪੜ੍ਹਦੇ ਹਾਂ, ਪ੍ਰਹਲਾਦ ਹਰਨਾਕਸ਼ ਦਾ ਪੁੱਤਰ ਹੈ, ਲੇਕਿਨ ਹਰਨਾਕਸ਼ ਉਹਦਾ ਦੁਸ਼ਮਣ ਬਣਿਆ ਹੋਇਆ ਹੈ। ਕਹਿੰਦਾ ਜਿੱਥੇ ਮੈਨੂੰ ਦੁਨੀਆ ਜਪਦੀ, ਜਲੇ ਹਰਨਾਕਸ਼ ਥਲੇ ਹਰਨਾਕਸ਼, ਉੱਥੇ ਤੂੰ ਵੀ ਜਪ। ਇੰਨਾ ਅਹੰਕਾਰੀ ਹੈ ਹਰਨਾਕਸ਼ ਕਿ ਆਪਣੇ ਪੁੱਤਰ ਪ੍ਰਹਲਾਦ ਨੂੰ ਕਹਿੰਦਾ ਹੈ ਕਿ ਮੈਂ ਸਾਰਾ ਦਾਤਾ ਨਾ, ਸਾਰੀ ਦੁਨੀਆ ਨੂੰ ਦੇਣ ਵਾਲਾ ਨਾ। ਲੇਕਿਨ ਪ੍ਰਹਲਾਦ ਡੋਲਿਆ ਨਹੀਂ। ਉਹਦੇ ਪਿਤਾ ਨੇ ਹਰਨਾਕਸ਼ ਨੇ ਪ੍ਰਹਲਾਦ ਨੂੰ ਕਿੰਨੇ ਤਸੀਹੇ ਦਿੱਤੇ ਜੀ। ਆਪਣੇ ਪੁੱਤਰ ਨੂੰ ਕੋਈ ਕਿੰਨੇ ਤਸੀਹੇ ਦਿੰਦਾ, ਲੇਕਿਨ ਅਹੰਕਾਰ ਦੇ ਜਾ ਕੇ ਆਪਣੇ ਖੂਨ ਦੇ ਰਿਸ਼ਤੇ ਨੂੰ ਉਹਨੇ ਤਸੀਹੇ ਦਿੱਤੇ। ਕਿਉਂਕਿ ਗੁਰਮਤਿ ਦੇ ਵਿੱਚ ਖੂਨ ਦੇ ਰਿਸ਼ਤੇ ਦੀ ਕੋਈ ਵਡਿਆਈ ਨਹੀਂ, ਇੱਥੇ ਵਡਿਆਈ ਮਿਲਦੀ ਹੈ ਕਾਰਨਾਮਿਆਂ ਨੂੰ। ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਭਾਈ ਦਇਆ ਸਿੰਘ ਇਹ ਨਹੀਂ ਹੋ ਸਕਦਾ। ਜਦੋਂ ਇਹ ਕਿਹਾ ਹੈ ਤੇ ਅਜੀਤ ਸਿੰਘ, ਧੰਨ ਬਾਬਾ ਅਜੀਤ ਸਿੰਘ ਜੀ ਵੱਡੇ ਸਾਹਿਬਜ਼ਾਦੇ ਇੰਨੀ ਗੱਲ ਸੁਣ ਕਰਕੇ ਜਦੋਂ ਆ ਗਏ ਨੇ, ਕਹਿਣ ਲੱਗੇ ਪਿਤਾ ਜੀ ਕਿਰਪਾ ਕਰੋ ਰਣ ਤੱਤੇ ਦੇ ਅੰਦਰ ਜੂਝਣ ਦੀ ਮੈਨੂੰ ਆਗਿਆ ਬਖਸ਼ੋ। ਕਲਗੀਧਰ ਪਿਤਾ ਨੇ 5 ਸਿੰਘਾਂ ਦੇ 3 ਸਿੰਘਾਂ ਦੇ ਟੋਲੇ ਬਣਾ ਕਰਕੇ ਜਿਹੜਾ ਹੈ ਗੜੀ ਦੇ ਬਾਹਰ ਜੰਗ ਹੋ ਰਹੀ ਹੈ, ਰਣ ਤੱਤਾ ਪੱਕਿਆ ਪਿਆ ਹੈ। ਧੰਨ ਬਾਬਾ ਅਜੀਤ ਸਿੰਘ ਜੀ ਆਏ ਨੇ, ਧੰਨ ਬਾਬਾ ਅਜੀਤ ਸਿੰਘ ਜੀ ਆਏ ਨੇ। ਕਹਿਣ ਲੱਗੇ ਪਿਤਾ ਜੀ ਕਿਰਪਾ ਕਰੋ ਰਣ ਤੱਤੇ ਦੇ ਅੰਦਰ ਜੂਝਣ ਦੀ ਮੈਨੂੰ ਆਗਿਆ ਬਖਸ਼ੋ। ਕਲਗੀਧਰ ਪਿਤਾ ਖੁਸ਼ ਹੋਏ ਨੇ, ਥਾਪੜਾ ਦਿੱਤਾ। ਕਹਿਣ ਲੱਗੇ ਪੁੱਤਰ ਮੈਨੂੰ ਮਾਣ ਹੈ, ਮੈਨੂੰ ਇਹੀ ਉਮੀਦ ਸੀ ਕਿ ਮੇਰਾ ਪੁੱਤਰ ਮੇਰੇ ਬਿਨਾਂ ਸੱਦੇ ਜੰਗ ਦੇ ਵਿੱਚ ਲੜਨ ਵਾਸਤੇ ਮੇਰੇ ਕੋਲ ਆਗਿਆ ਲਵੇ। ਜਦੋਂ ਧੰਨ ਬਾਬਾ ਅਜੀਤ ਸਿੰਘ ਨੂੰ ਭੇਜਿਆ ਜੀ, ਜੰਗ ਦੇ ਵਿੱਚ ਗਏ ਨੇ ਧੰਨ ਬਾਬਾ ਅਜੀਤ ਸਿੰਘ ਜੀ। ਧੰਨ ਬਾਬਾ ਅਜੀਤ ਸਿੰਘ ਜੀ ਜਦੋਂ ਜੰਗ ਲੜਦੇ ਨੇ, ਇਤਿਹਾਸ ਲਿਖਦਾ ਜੀ ਜੰਗ ਲੜਦੇ ਉਹਨਾਂ ਦੀ ਬਰਸ਼ੀ ਜਿਹੜੀ ਹੈ ਇੰਨੀ ਹਲੀਮੀ ਦੇ ਨਾਲ, ਇੰਨੀ ਤੇਜ਼ ਦੇ ਨਾਲ, ਇੰਨੀ ਜ਼ੋਰ ਦੇ ਨਾਲ ਵਾਰ ਕਰਦੇ ਨੇ, ਜਿੱਧਰ ਦੀ ਧੰਨ ਬਾਬਾ ਅਜੀਤ ਸਿੰਘ ਜੀ ਲੰਘਦੇ ਜਾਂਦੇ ਨੇ ਉਧਰ ਆਹੂ ਹੀ ਲਾਉਂਦੇ ਜਾਂਦੇ ਨੇ। ਆਖਿਰਕਾਰ ਉਹਨਾਂ ਦੀ ਬਰਸ਼ੀ ਇੱਕ ਜਿਹੜੀ ਹੈ ਇੱਕ ਸਿਪਾਹੀ ਨੇ ਜਿਨੇ ਆਪਣੇ ਸਰੀਰ ਤੇ ਕਾਫੀ ਕੁਝ ਪੜਿਆ ਹੋਇਆ ਸੀ, ਉਹਨਾਂ ਦੀ ਜਿਹੜੀ ਹੈ ਬਰਸ਼ੀ ਜਦੋਂ ਮਾਰੀ ਤੇ ਉਹ ਬਰਸ਼ੀ ਟੁੱਟ ਗਈ। ਫਿਰ ਧੰਨ ਬਾਬਾ ਅਜੀਤ ਸਿੰਘ ਨੇ ਆਪਣੀ ਸ੍ਰੀ ਸਾਹਿਬ ਕਿਰਪਾਨ ਕੱਢੀ ਹੈ। ਕਿਰਪਾਨ ਕੱਢਣ ਤੋਂ ਬਾਅਦ ਤੀਸਰਾ ਜਿਹੜਾ ਸ਼ਸਤਰ ਵਰਤਿਆ ਹੈ, ਬਾਬਾ ਅਜੀਤ ਸਿੰਘ ਨੇ ਕਮਰ ਕਸੇ ਦੇ ਅੰਦਰ ਕਟਾਰ ਕੱਢੀ ਹੈ ਜੀ। ਕਟਾਰ ਕੱਢ ਕੇ 3 ਸ਼ਸਤਰਾਂ ਦੇ ਨਾਲ ਧੰਨ ਬਾਬਾ ਅਜੀਤ ਸਿੰਘ ਲਗੜੇ ਨੇ। ਆਖਿਰਕਾਰ ਦੁਸ਼ਮਣਾਂ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਡੂਮਣਾ ਇਕੱਠਾ ਪੈ ਜਾਂਦਾ ਹੈ, ਇਕੱਠੇ ਪੈ ਗਏ ਨੇ। ਧੰਨ ਬਾਬਾ ਅਜੀਤ ਸਿੰਘ ਨੂੰ ਘੇਰ ਕਰਕੇ ਵਾਰ ਕੀਤਾ। ਧੰਨ ਬਾਬਾ ਅਜੀਤ ਸਿੰਘ ਜੀ ਉਹਨਾਂ ਮੁਗਲਾਂ ਦੇ ਆਹੂ ਲਾਉਂਦੇ ਜਦੋਂ ਇੰਨੇ ਵਾਰ ਇਕੱਠੇ ਕਰਦੇ ਨੇ, ਧੰਨ ਬਾਬਾ ਅਜੀਤ ਸਿੰਘ ਜੀ ਚਮਕੌਰ ਦੀ ਗੜੀ ਦੇ ਬਾਹਰ ਸ਼ਹੀਦੀ ਦਾ ਜੰਮ ਪੀ ਗਏ। ਇੱਧਰ ਕਲਗੀਧਰ ਪਿਤਾ ਬੈਠੇ ਹੋਏ ਨੇ। ਗੜੀ ਦੇ ਉੱਤੇ ਜਦੋਂ ਵੇਖਿਆ ਹੈ
ਅਜੀਤ ਸਿੰਘ ਜਿਹੜਾ ਹੈ ਜਾਮ ਪੀ ਗਿਆ ਸ਼ਹੀਦੀ ਦਾ ਤੇ ਬੋਲੇ ਸੋ ਨਿਹਾਲ ਦੇ ਜੁਕਾਰੇ ਕਰਦੇ ਨੇ, ਕਹਿੰਦੇ ਨੇ ਵਾਹ ਪੁੱਤਰ क्या खूब लड़े हो, क्यों न लड़ो आखिर गोविंद के फरजंद बड़े हो। अल्लाह यार खान लोगी लगता क्या खूब लड़े हो, लड़े भी क्यों ना, गुरु गोबिंद सिंह महाराज के पुत्र ने, बड़े फरजंद ने। ਜਦੋਂ ਸ਼ਹੀਦੀ ਦਾ ਜਾਮ ਪੀ ਗਏ ਨੇ ਧੰਨ ਬਾਬਾ ਅਜੀਤ ਸਿੰਘ ਜੀ ਤੇ ਇਧਰ ਧੰਨ ਬਾਬਾ ਜੁਝਾਰ ਸਿੰਘ ਜੀ ਆਪ ਆਏ ਨੇ ਜੀ, आप आए ने। आ करके कहन लगे पिता जी, कह लगे कृपा करो हुण मैनू भी आज्ञा बख्शो। उदों भाई दया सिंह ने खेर गए पातशाह जी एक पुत्र ते रख लो, एक शहीद हो गया। जदों तुरे ना दो पुत्रां दा पता नहीं सरसा दे कंढे ते किथे विछड़ गए ने, माता जी दा पता नहीं है। एक पुत्र शहीदी दा जाम पी गया, कृपा करके एक पुत्र ते रख लो। ਤੇ ਕਲਗੀਧਰ ਪਿਤਾ ਕਹਿਣ ਲੱਗੇ, ਇੰਨੇ ਕਹਿਣ ਦੀ ਲੋੜ ਨਹੀਂ ਪਈ ਕਿ ਬਾਬਾ ਔਰ ਜੁਝਾਰ ਸਿੰਘ ਜੀ ਆਪ आ गए ने। कहने लगे पिता जी कृपा करो, भाई से विछड़ कर हमें जीना नहीं आता, खाना नहीं आता, पीना नहीं आता, हमें रहना नहीं आता। पिता जी मेरा भरा रण तत्ते दे अंदर जूझ करके शहीदी दा जाम पी गया, मैं कभी अपने वीरे नूं वखरा नहीं होया, मैनू भी जंग विच जान दी आज्ञा बख्शो। बिन भाई के बिना हमें जीना नहीं आते, मैं जी नहीं सकता, कृपा करो मैनू भी आज्ञा बख्शो। उदों कलगीधर पिता ने क्या कहन लगे, पुत्र मैनू माण है तेरे ते, जिदों भी धर्म ते लोड़ पवेगी तेरे वर्गे नौजवान अपने परिवार नूं छड्ड के मोह छड्ड के, जिदों भी धर्म ते लोड़ पवेगी तेरे वर्गे नौजवान आप उठ के शहीद होने वास्ते अगे आउणगे। धन बाबा जुझार सिंह नूं कलगीधर पिता अपने हत्थां दे नाल तैयार करदे ने जी, तोरदे ने। कोई ऐसा पुत्र पिता नहीं वेखिया होवेगा। विआह शादी वास्ते बरातां वास्ते ते तैयार आपां सारे अपने पुत्रां नूं करदे आ, लेकिन कोई पिता मौत दे वल तोरन वास्ते अपने पुत्रां नूं तैयार नहीं करदा। कलगीधर पिता ऐसे गुरु ने जिन्हां ने अपने पुत्र, जदों आप पुत्र ने उदों अपने पिता नूं तोर रहे ने दिल्ली वल शहीद होने वास्ते, ते जदों आप पिता ने उदों पुत्रां नूं तोर रहे ने शहीद होने वास्ते। कलगीधर पिता दा कित्थों देण दे सकदे असीं? क्या हिरदा होगा कलगीधर पिता दा? पिता नूं भी आप तोरिया है ते पुत्रां नूं भी आप तोरे ने। कलगीधर पिता दा सीना किस तरह कितना तगड़ा होवेगा, कितना जिक्र होवेगा जदों धन बाबा जुझार सिंह नूं तैयार करके तोरदे ने जी। आप उन्हां दे कमर कस्से दे विच किरपान लाई है, आप उन्हां दा दमाला सजा करके जदों गड़ी तो बाहर तोड़दे ने ते कहन लगे, पुत्र जी एक गल सुन के जाना। इतिहास लिखदा जी बाबा जुझार सिंह जी कहन लगे हां जी पुत्र जी, हां जी पिता जी आदेश। कहन लगे वेख पुत्र, जदों तू शहीदी दा जाम पीवे एक बार मुड़ करके मेरे वाल वेखी। धन बाबा जुझार सिंह दा धन गुरु गोबिंद सिंह बारे मत्था चुम्मिया जी, प्यार कीता। आखिर क्यों न करन, पता है सरसा नदी तो विछड़े आ, दो पुत्रां दा पता नहीं, एक शहीदी दा जाम पी गया, एक पुत्र रह गया, ओनू भी तोरन दे ने कलगीधर पिता। आखिर प्यार बाप वाला जदों जागया ते मत्था चुम्मिया धन बाबा जुझार सिंह जी दा। जुझार सिंह जी दा मत्था चुम्मिया ते चुम करके प्यार कीता ते नाल उन्हां दे सिंह जथा बना के जदों गड़ी तो तोरिया ते कलगीधर पिता आप गड़ी दे ऊपर चढ़ गए ने वेखण वास्ते कि मेरा जुझार सिंह अज किस तरह लड़दा है। ते क्या सी बाबा जुझार सिंह नूं कि जदों शहीदी दा जाम, जदों तेरे नेजाबाजी जदों तेरे लगेगी, उदों तीर लगेगा, उदों एक बार अपना मुख पुत्र मेरे वल करना है। धन बाबा जुझार सिंह जी गड़ी दे विचों ਸਿੰਘਾਂ ਸਮੇਤ निकले ने। 14 के साल की उम्र है जी, 14 तो 15 साल की धन बाबा जुझार सिंह जी की उम्र जो दसी गई है। धन बाबा जुझार सिंह जी फौजां दे नाल बाढ़ गए ने
ਜਾ ਕਰਕੇ ਲੜ ਰਹੇ ਨੇ ਪੂਰੇ ਜੋਸ਼ ਦੇ ਨਾਲ ਜਵਾਨੀ ਉਮਰ ਦੇ ਵਿੱਚ ਲੜਦੇ ਧੰਨ ਕਲਗੀਧਰ ਪਿਤਾ ਕਹਿਣ ਲੱਗੇ ਬੇਟਾ ख्वाहिश है तुमको लड़ते हुए देखूं, तुम्हारे सीने पे बर्शी तुम्हें खाते हुए देखूं। एक कह के जिन्हों कलगीधर पिता ने तोड़िया जी धन बाबा जुझार सिंह जी लड़दे उन्हां दे सीने दे विच इन्ने क मुगलां ने तीर मारे सीने नूं विन्न के रख दिता। धन बाबा जुझार सिंह जी जदों शहीदी दा जाम पींदे ने डिगदे उन्हां दा जिहड़ा मुख है गड़ी वल हुंदा है। कलगीधर पिता गड़ी दे उत्ते खलोते होए वेखदे ने अपने फरजंद नूं फिर बड़ी ही जोर दे नाल जदों शहीदी दा जाम पीरन धन बाबा जुझार सिंह जी कलगीधर पिता बड़े ही जोश दे नाल अपने आप ते मान फजर करके जकारे दी गूंज पाउंदे ने कहंदे ने बोले सोनेगा। धन बाबा जुझार सिंह जी शहीदी दा जाम पी गए। 34 सिंह जी उत्थे शहीद होए ने चमकौर दी गली दे अंदर शहीदी दा जाम पी गए ने ते ओ कलगीधर पिता चमकौर दी गली लहू लहान हो गई है। ओ चमकौर दी गली जेड़ा इतिहास दुनिया ते चमकौर दी गली वर्गी किते जंग नहीं हुई किते वापरिया नहीं होवेगा। ते धन बाबा अजीत सिंह जी धन बाबा जुझार सिंह जी जोरावर सिंह जी फतेह सिंह जी उन्हां दे नाम दे विच ही कामयाबी है। अजीत तो भाव कि जेदे अगे कोई हार नहीं सकता। अजीत तो भाव के जित्तिया ते जित्तिया तां ही जावेगा जे ओ जुझारू होवेगा ते जुझारू कोई होवेगा जेदे अंदर जोर होवेगा जोरावर होवेगा। जोरावर तो भाव की बड़ा ताकत बलवान पाशा जी दे साहबजादे दे नाम देखो जो उन्होंने साका कीता एवें नहीं कर लिया क्योंकि धन बाबा अजीत सिंह जी दा नाम उदों रखा गया सी जदों कलगीधर पिता जंग जित के आए सी ते उदों कलगीधर पिता दा इन्हां धन बाबा अजीत सिंह जी दा नाम रखा सी भंगाणी दा युद्ध जित के आए सी कलगीधर पिता। हुण अजीत ओही जितेगा जेदे अंदर जुझारू जेड़ा सिंह जुझारू होवेगा लड़न वाला अपना जुझारू अगर युद्ध करने वाला होवेगा ते जुझारू वो होवेगा जेड़ा जोरावर होवेगा ताकत होवेगी ते अजीत जित ओही प्राप्त फतेह ओही प्राप्त करेगा जेड़ा जित के मैदान दे अंदर विखाएगा। चार साहबजादियां दे नामां दे भी अर्थ ने उन्हां दे नामां दे अर्थां दे नाल ही उन्हां ने इन्ने वड्डे साके करते जिन्हां नूं अज आपां कहंदे हां निक्कियां जिंदा वड्डे साके। धन गुरु गोबिंद सिंह महाराज लखते जिगर चार साहबजादियां दे अरदास दे विच आपां तां रोजाना उन्हां नूं 2 टाइम याद करदे हां। पंज प्यारियां दा जिक्र तां हुंदा है पहला क्योंकि धन गुरु गोबिंद सिंह महाराज ने पंजा प्यारियां नूं वडियाई दित्ती है आत्मा ग्रंथ दे विच क्योंकि आत्मा जिहड़ी है ना बन के एक गुरु ग्रंथ साहब नूं गुरता गद्दी दित्ती ते दूसरी जिहड़ी पंजा प्यारियां नूं इन्नी उन्हां गुरता गद्दी दित्ती है जो कल दे समय आपां बचांगे जदों पंज प्यारे इकट्ठे होके कलगीधर पिता नूं हुक्म करदे ने कि गड़ी छड्ड के तुसीं चले जाओ। जदों कलगीधर पिता कल दे जमाना दे विच बचांगे किस तरह पंज प्यारे सहबान धन गुरु गोबिंद सिंह महाराज नूं गड़ी दे विच निकलण वास्ते आदेश दिंदे ने क्योंकि कलगीधर पिता ने एक कह दिता सी साहबजादे शहीद हो गए ने हुण असीं भी कल नूं शहीदी दा जाम पी लेना है। भाई दया सिंह जी ने एक कहा सी कह लगे पातशाह जेकर तुसी शहीदी दा जाम पी गए ते विरासत खत्म होएगी साडा कोई मुल नहीं ते असीं जे शहीदी दा जाम पी के शहीद भी हो गए ते साडे वर्गे तुसी कई सिंह पैदा कर हो जाने ने तुहाडे नाल हो जाने ने। किरपा करके उदों पंजा प्यारे जो आदेश दिता कल दे दीवाना दे विच वाचांगे जी। गुरु कृपा करे समय सिर बेनती है संगत नूं कि समय सिर हाजिरी करन दी किरपालता करिया करो ताकि इतिहास जिहड़ा है आपां बड़े ही संखेप मात्र आपां बेनतियां कीतियां ते बड़े ही आपां ना
ਥੋੜਾ ਜਿਹਾ ਹੋਰ ਵਿਸਤਾਰ ਦੇ ਨਾਲ ਵਾਚਨ ਦਾ ਯਤਨ ਕਰੀਏ। ਗੁਰੂ ਕਿਰਪਾ ਕਰੇ ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਕਿਸ ਤਰ੍ਹਾਂ ਕਲਗੀਧਰ ਦਾ ਤਾੜੀ ਮਾਰ ਕੇ ਚਮਕੌਰ ਦੀ ਗਲੀ ਦੇ ਵਿੱਚੋਂ ਨਿਕਲਦੇ ਨੇ, ਤੇ ਦੂਸਰਾ ਪੱਖ ਆਪਾਂ ਲਵਾਂਗੇ ਉਧਰ ਨਿੱਕੇ ਸਾਹਿਬਜ਼ਾਦੇ ਉਹ ਕਿੱਥੇ ਕੁ ਪਹੁੰਚੇ ਨੇ, ਤੇ ਧੰਨ ਪਾਸ਼ਾ ਜੀ ਦੇ ਮਹਿਲ ਜਿਹੜੇ ਦਿੱਲੀ ਵੱਲ ਚੱਲ ਗਏ ਨੇ ਸਿੰਘਾਂ ਦੇ ਨਾਲ, ਉਹਨਾਂ ਦਾ ਉਹ ਕਿਤੋਂ ਦਾ ਰਸਤਾ ਪੈਣਾ ਕੀ ਹੈ। ਕੱਲ ਦੇ ਦੀਵਾਨਾਂ ਜੋ ਆਪਾਂ ਯਤਨ ਦਾ ਵਾਚਨ ਦਾ ਯਤਨ ਕਰਾਂਗੇ। ਆਓ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਫਤਿਹ ਨਾਲ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸਿੱਧੀ।